ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਅਸੀਂ ਇੱਕ ਨਵਾਂ ਚੈਪਟਰ ਸ਼ੁਰੂ ਕਰਾਂਗੇ ਜੀ। ਅਧਿਆਇ 4 ਜੈਨ ਅਤੇ ਬੁੱਧ ਧਰਮ। ਜੈਨ ਅਤੇ ਬੁੱਧ ਧਰਮ ਇੰਪੋਰਟੈਂਟ ਟੌਪਿਕ ਆ ਇਹ। ਇਹਦੇ ਉੱਤੇ ਅਕਸਰ ਕੁਐਸਚਨ ਪੁੱਛੇ ਜਾਂਦੇ ਆ। ਅਸੀਂ ਮੇਨ ਗੱਲਾਂ ਪੜ੍ਹਾਂਗੇ। ਦੇਖੋ ਜੀ, ਹੋਇਆ ਇਹ ਸੀ ਕਿ ਲੈਟਰ ਵੈਦਿਕ ਕਾਲ ਦੇ ਅੰਤ ਤੱਕ ਜਿਹੜਾ ਆਪਣਾ ਮੇਨ ਜਿਹੜਾ ਧਰਮ ਸੀ ਇੰਡੀਆ ਵਿੱਚ, ਆਪਾਂ ਦੇਖਿਆ ਕਿ ਉਹ ਬਲੀਆਂ ਉੱਤੇ ਕਾਫੀ ਜ਼ੋਰ ਦੇ ਰਿਹਾ ਸੀ। ਕਿਰਿਆ ਕਰਮ ਫੋਕੇ ਕਿਰਿਆ ਕਰਮ ਵਗੈਰਾ ਕਾਫੀ ਵੱਧ ਗਏ ਸੀ ਤੇ ਰਾਜਾ ਆਪਣਾ ਰੁਤਬਾ ਦਿਖਾਉਣ ਲਈ ਜੱਗ ਵਗੈਰਾ ਕਰਵਾਉਂਦਾ ਸੀ ਤੇ ਪੰਡਤ ਪੁਜਾਰੀ ਵਰਗ ਨੂੰ ਕਾਫੀ ਗਿਫਟ ਵਗੈਰਾ ਮਿਲਦੇ ਸੀ ਤੇ ਇੰਨੇ ਕਿਰਿਆ ਕਰਮ ਵੱਧ ਗਏ ਸੀ ਕਿ ਆਮ ਜਨਤਾ ਨੂੰ ਮੰਤਰ ਵਗੈਰਾ ਇਹ ਸਭ ਚੀਜ਼ਾਂ ਬਹੁਤੀਆਂ ਸਮਝ ਨਹੀਂ ਸੀ ਲੱਗਦੀਆਂ ਤੇ ਉਹ ਇੱਕ ਨਾ ਸਰਲ ਧਰਮ ਵੱਲ ਜਾਣਾ ਚਾਹੁੰਦੇ ਸੀ। ਕੋਈ ਵਿਕਲਪ ਉਹਨਾਂ ਨੂੰ ਸੀਗਾ ਕਿ ਮਿਲੇ। ਤੇ ਦੂਸਰਾ, ਜਾਤ ਪਾਤ ਵੱਧ ਗਈ ਸੀ ਤੇ ਜਿਸ ਤਰ੍ਹਾਂ ਪੁਜਾਰੀ ਦਾ ਰੁਤਬਾ ਉੱਚਾ ਸੀ ਤਾਂ ਜਿਹੜਾ ਖੱਤਰੀ ਵਰਗ ਆ, ਕਸ਼ੱਤਰੀ ਵਰਗ, ਉਹ ਵੀ ਆਪਣੇ ਆਪ ਨੂੰ ਕਲੇਮ ਕਰਦਾ ਆ ਕਿ ਨਹੀਂ, ਅਸੀਂ ਵੀ ਵੱਡੇ ਹੁੰਦੇ ਆ, ਮਹਾਨ ਹੁੰਦੇ ਆ। ਵਪਾਰ ਦੇ ਪ੍ਰਸਾਰ ਨਾਲ ਵਪਾਰੀ ਵਰਗ ਦੀ ਕਾਫੀ ਉੱਨਤੀ ਹੋਈ ਤੇ ਉਹ ਵੀ, ਪਰ ਉਹਨਾਂ ਨੂੰ ਕਾਫੀ ਫਿਰ ਪੈਸੇ ਵਗੈਰਾ ਦੇਣੇ ਪੈਂਦੇ ਸੀ ਟੈਕਸ ਦੇ ਰੂਪ ਵਿੱਚ, ਕਿਉਂਕਿ ਆਹ ਜੱਗ ਵਗੈਰਾ ਕਰਨ ਵਿੱਚ ਕਾਫੀ ਧਨ ਜਾਂਦਾ ਸੀ। ਉਹ ਵੀ ਕੁਝ ਵਿਕਲਪ ਤਲਾਸ਼ ਰਹੇ ਸੀ। ਕਾਸਟ ਐਂਗਲ ਆਪਾਂ ਗੱਲ ਕਰ ਚੁੱਕੇ ਹਾਂ ਤੇ ਇਹ ਸਭ ਗੱਲਾਂ ਕਰਕੇ ਨਾ ਓਬਵੀਅਸ ਆ ਕਿ ਸਿਸਟਮ ਵਿੱਚੋਂ ਕੋਈ ਆਵਾਜ਼ ਉੱਠਦੀ ਆ। ਕਈ ਤਰ੍ਹਾਂ ਦੀ ਆਵਾਜ਼ ਉੱਠੀ ਸੀ। ਇਸ ਤੋਂ ਪਹਿਲਾਂ ਆਜੀਵਿਕਾ ਵੀ ਸੀ। ਆਪਾਂ ਮੇਨ ਗੱਲ ਕਰਾਂਗੇ ਜੈਨ ਤੇ ਬੁੱਧ ਦੀ। ਤਾਂ ਇਹ ਵੀ ਬੜੀ ਇੰਟਰਸਟਿੰਗ ਗੱਲ ਆ ਕਿ ਈਸਾ ਤੋਂ 600 ਸਾਲ ਪਹਿਲਾਂ 6th ਸੈਂਚੁਰੀ BC, 6ਵੀਂ ਸ਼ਤਾਬਦੀ ਪਹਿਲਾਂ, ਨਾਟ ਓਨਲੀ ਇਨ ਇੰਡੀਆ, ਕੇਵਲ ਭਾਰਤ ਵਿੱਚ ਨਹੀਂ, ਵਰਲਡ ਲੈਵਲ ਤੇ ਵੀ ਵੱਡੇ ਮਹਾਨ ਥਿੰਕਰ ਹੋਏ, ਵਿਚਾਰਕ ਹੋਏ। ਤੇ ਇਸ ਕਰਕੇ ਵਰਲਡ ਲੈਵਲ ਤੇ 6ਵੀਂ ਸ਼ਤਾਬਦੀ ਈਸਾ ਪੂਰਵ ਇਹ ਬਹੁਤ ਇੰਪੋਰਟੈਂਟ ਸਮਾਂ ਹੋ ਜਾਂਦਾ, ਕਾਲ ਹੋ ਜਾਂਦਾ। ਤੁਹਾਨੂੰ ਪ੍ਰਸ਼ਨ ਆ ਸਕਦਾ ਕਿ ਈਸਾ ਤੋਂ 600 ਸਾਲ ਪਹਿਲਾਂ ਕਾਫੀ ਤਬਦੀਲੀ ਵਾਲਾ ਸਾਲ ਸੀ, ਉਹ ਟਾਈਮ ਸੀ, ਵਿਚਾਰ ਦਿਓ। ਆਪਾਂ ਹੌਲੀ ਹੌਲੀ ਪੜ੍ਹਦੇ ਹਾਂ ਜੀ। ਇਹੀ ਜੋ ਗੱਲਾਂ ਅਸੀਂ ਡਿਸਕਸ ਕੀਤੀਆਂ ਇਹਨਾਂ ਨੂੰ ਹੀ ਦੇਖਣਾ ਆ। ਇਤਿਹਾਸ ਵਿੱਚ 6ਵੀਂ ਈਸਾ ਪੂਰਵ, ਈਸਾ ਤੋਂ 600 ਸਾਲ ਪਹਿਲਾਂ, ਈਸਾ ਪੂਰਵ ਸ਼ਤਾਬਦੀ ਮੀਨ 100 ਸਾਲ, ਈਸਾ ਤੋਂ 600 ਸਾਲ ਪਹਿਲਾਂ ਦੇ ਕਰੀਬ ਇਹ ਟਾਈਮ ਬਹੁਤ ਅਦਭੁਤ ਮੰਨਿਆ ਜਾਂਦਾ ਹੈ। ਇਸ ਸਮੇਂ ਮਹਾਨ ਵਿਚਾਰਕ ਜਿਵੇਂ ਬੁੱਧ, ਮਹਾਵੀਰ, ਜ਼ੋਰੋਐਸਟਰ, ਕਨਫਿਊਸ਼ੀਅਸ ਅਤੇ ਲਾਓਸੇ, ਤੁਸੀਂ ਕੋਸ਼ਿਸ਼ ਕਰਿਓ ਇਹਨਾਂ ਬਾਰੇ ਪੜ੍ਹਨ ਦੀ। ਜ਼ੋਰੋਐਸਟਰ ਕੌਣ ਸੀ, ਕਨਫਿਊਸ਼ੀਅਸ ਕੌਣ ਸੀ, ਲਾਓਸੇ ਕੌਣ ਸੀ, ਇਹ ਸਭ ਪੈਦਾ ਹੋਏ। ਇਹ ਇਹਨਾਂ ਦਾ ਟਾਈਮ ਪੀਰੀਅਡ ਆ ਅਤੇ ਉਹਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਸਮੇਂ ਭਾਰਤ ਵਿੱਚ ਗਣਤੰਤਰ ਸਿਸਟਮ ਚੱਲ ਰਿਹਾ ਸੀ ਜਾਂ ਗਣਤੰਤਰ ਸਿਸਟਮ ਦਾ ਕਾਫੀ ਬੋਲਬਾਲਾ ਸੀ। ਗਣਤੰਤਰ ਮਤਲਬ ਰਿਪਬਲਿਕਨ ਸਿਸਟਮ। ਇਸ ਵਿੱਚ ਨਾ ਕੋਈ ਇੱਕ ਰਾਜਾ ਨਹੀਂ ਸੀ, ਕਾਫੀ ਗਣਾਂ ਵਿੱਚ ਵੰਡਿਆ ਹੋਇਆ ਸੀ ਇੰਡੀਆ ਤੇ ਵਿੱਚ ਮੋਨਾਰਕੀ ਵੀ ਸੀਗੀ ਤਾਂ ਵਿੱਚ ਆਪਣਾ ਗਰੁੱਪ ਆਫ ਪੀਪਲ ਵੀ ਰੂਲ ਕਰਦੇ ਸੀ, ਵੀ ਕੋਈ ਇੱਕ ਰਾਜਾ ਨਹੀਂ। ਹੁਣ ਕਹਿਣ ਦਾ ਮਤਲਬ ਕਿ ਕੋਈ ਇੱਕ ਸੈਂਟਰਲਾਈਜ਼ ਗਵਰਨਮੈਂਟ ਨਹੀਂ ਸੀ, ਛੋਟੇ ਰਾਜਿਆਂ ਵਿੱਚ ਵੰਡਿਆ ਹੋਇਆ ਸੀ। ਤੇ ਮੈਂ ਦੱਸਿਆ ਕਿ ਕਈ ਥਾਂ ਰਾਜੇ ਵੀ ਸੀ ਤਾਂ ਕਈ ਥਾਂ ਕੌਂਸਲ ਰੂਲ ਕਰਦੀ ਸੀ। ਕੌਂਸਲ ਗਰੁੱਪ ਆਫ ਪੀਪਲ ਰੂਲ ਕਰਦੇ ਸੀ, ਕੋਈ ਇੱਕ ਰਾਜਾ ਨਹੀਂ ਸੀ। ਇਹ ਤੁਸੀਂ ਨਾ ਭਾਰਤ ਇੱਕ ਖੋਜ ਵਾਲਾ ਐਪੀਸੋਡ ਜ਼ਰੂਰ ਦੇਖਿਓ। ਤੁਸੀਂ ਉਹਦੇ 52-53 ਐਪੀਸੋਡ ਮਜ਼ੇ ਰੋਟੀ ਖਾਂਦੇ ਜਾਂ ਫ੍ਰੀ ਟਾਈਮ ਜ਼ਰੂਰ ਦੇਖਿਓ, ਤੁਹਾਡੀ ਕਾਫੀ ਨੌਲੇਜ ਵਧੇਗੀ। ਤੇ ਗਣਤੰਤਰ ਸਿਸਟਮ ਦਾ ਬੋਲਬਾਲਾ ਸੀ ਤੇ ਇਸ ਕਰਕੇ ਆਪਣੇ ਏਰੀਏ ਵਿੱਚ ਕਾਫੀ ਇੰਡੀਪੈਂਡੈਂਸ ਸੀ ਤੇ ਉਸ ਆਪਣੇ ਏਰੀਏ ਵਿੱਚ ਕਿਤੇ ਨਾ ਕੋਈ ਵਿਚਾਰ ਜੇ ਪੈਦਾ ਹੋ ਗਿਆ ਤੇ ਉਹਨੂੰ ਦਬਾਇਆ ਨਹੀਂ ਸੀ ਜਾ ਰਿਹਾ, ਉਹਨੂੰ ਪ੍ਰਫੁੱਲਤਾ ਦੇ ਮੌਕੇ ਮਿਲੇ ਗਣਤੰਤਰ ਸਿਸਟਮ ਕਰਕੇ। ਇਸ ਨਾਲ ਆਰਥੋਡਾਕਸ ਦੇ ਮੁਕਾਬਲੇ ਹੈਥਰੋਡਾਕਸ ਹੁੰਦਾ ਜੀ ਜਿਹੜੇ ਪ੍ਰਚਲਿਤ ਵਿਚਾਰ ਆ, ਜੋ ਸਿਸਟਮ ਚੱਲ ਰਿਹਾ ਆ ਉਹਨੂੰ ਕਿੰਤੂ ਪਰੰਤੂ ਨਹੀਂ ਕਰਨੀ, ਉਹਨੂੰ ਹੀ ਮੰਨਣਾ, ਉਹਨੂੰ ਕਹਿੰਦੇ ਜੀ ਆਰਥੋਡਾਕਸ। ਜਿਸ ਤਰ੍ਹਾਂ ਇਹ ਕਿਹਾ ਗਿਆ ਕਿ ਵੇਦ ਸੁਪਰੀਮ ਆ, ਹਾਂਜੀ ਸੁਪਰੀਮ ਆ, ਮੰਨੋ ਜੀ।
ठीक जग वगैरह करने आ कोई क्वेश्चन ना करे। जो प्रचलित धर्म हुंदा उन्होंने कहते ऑर्थोडॉक्स। उसके मुकाबले हेट्रोडॉक्स संप्रदावां दा उदय होया। हेट्रोडॉक्स हुंदा जिहड़े ऑर्थोडॉक्स मतलब प्रचलित जिहड़े है विचार उन्हां नूं चैलेंज करदे आ, उन्हां नूं किंतु परंतु करदे आ ते अपना एक विकल्प पेश करदे आ। ते ऑर्थोडॉक्स के मुकाबले हेट्रोडॉक्स संप्रदावां दा उदय होया। जैन बुद्ध आजीविका ये सारे हेट्रोडॉक्स संप्रदावां सन। ये सिस्टम विच जो कृतियां आ गईयां सन उन्हां दे खिलाफ बोल रहे सन, ऑर्थोडॉक्स सिस्टम नूं चैलेंज कर रहे सन। ठीक, क्योंकि ऑर्थोडॉक्स धर्म इस विच फोके कर्म कांडां दा काफ़ी दबदबा हो गया सी। फोके कर्म कांड बलियां दित्तियां जा रहीआं आ, कुछ मंत्र पढ़े जा रहे आ जिन्हां दा आम जनता नूं बहुता समझ नहीं लगदी ते रिचुअल्स इस तरह के आ गए सी कि कोई उन्होंने किंतु परंतु नहीं कर सकता सी, बस फॉलो करो। ते पर आम जनता विच फिर भी एक आवाज़ सी भी इहदा मतलब की होया। ये एक जी नैचुरल प्रोसैस आ। अज भी पंजाब विच जे धर्म के नां ते फोके कर्मकांड आ जाणगे ना तो उहदे खिलाफ भी आवाज़ उठेगी। इन्हां हैथरोडॉक्स फिरकियां विच सब तो प्रमुख जैन अते बुद्ध धर्म सन। दो मेन किहड़े होए जी हैथरोडॉक्स विच, जैन ते बुद्ध धर्म। हुण तुहानूं कोई कह देना कि हैट्रोडॉक्स धर्म जैन ते बुद्ध, तुसीं उस वेले समझ दो हैट्रोडॉक्स का की मतलब आ। ऑर्थोडॉक्स जिहड़ा प्रचलित धर्म सी, हैट्रोडॉक्स जिहड़ा इन्हां नूं चैलेंज करदा आ। जैन ते बुद्ध मेन आ जिन्हां दा भारतीय समाज ते काफ़ी प्रभाव पिया। इन्हां ते काफ़ी प्रभाव पिया सी भारतीय समाज ते। अच्छा, जैन अते बुद्ध धर्म के होंद विच आउण दे कारण की कारण सी? काफ़ी कारण आपां थोड़ा डिस्कस कीते आ, उन्हां नूं ही असीं हुण पढ़ लैणा। जैन अते बुद्ध धर्म के उभार का मुख्य कारण 6वीं सदी ईसा पूर्व विच भारत विच धार्मिक अशांति सी। रिलीजियस धार्मिक अशांति सी। लेटर वैदिक काल विच बाद वाले वैदिक काल विच पेश किए गए गुंझलदार रीति रिवाज काफ़ी कंपलैक्स रिचुअल सी ते सैक्रीफाइसिस वगैरह बलिदान की प्रथावां ये आम लोगों नूं स्वीकारयोग नहीं सन। आम लोग हुण प्रश्न करन लग गए सी, क्वेश्चन करन लग गए सी भी ये की चल रहा है बई, साडे कोल टैक्स लई जांदे आ है ना, गुंझलदार रीति रिवाज आ साडे पल्ले नहीं पैंदे ते बलिदान प्रथा काफ़ी हावी हो चुकी सी। एक गल बली दीयां रस्मां भी बहुत महंगियां हो गईयां सन, काफ़ी खर्चा हुंदा सी। कोई भी फंक्शन वगैरह कराउंदे सी उस विच खर्चा तो आउणा ही आ, तो फायदा भावें पंडित नूं हो रहा सी, भावें राजा अपना रुतबा बढ़ा रहा सी, पर आम जनता लई गड़बड़ हो रही सी क्योंकि टैक्स ज़्यादा लैणे पै रहे सी। ते बलियां है ना, जानवरां दी बलियां देणियां, तो ये भी इस चीज़ नूं भी क्वेश्चन किया जाण लगा भी ये किहड़ा रब नूं मिलना होया जिहदे विच इन्ने जानवरां दी कुर्बानी दित्ती जा रही है। अंध विश्वासां ਅਤੇ ਮੰਤਰਾਂ ਨੇ ਲੋਕਾਂ ਨੂੰ ਉਲਝਾ ਦਿੱਤਾ ਸੀ। ਉਹਨਾਂ ਨੂੰ ਪੱਲੇ ਨਹੀਂ ਸੀ ਪੈ ਰਿਹਾ ਵੀ ਕੀ ਇਹ ਬੋਲੀ ਜਾਂਦੇ ਆ। ਬਲੀਦਾਨ ਦੀ ਪ੍ਰਣਾਲੀ ਦਾ ਇੱਕ ਵਿਕਲਪ ਸੀ ਉਪਨਿਸ਼ਦਾਂ ਦੀਆਂ ਸਿੱਖਿਆਵਾਂ। ਉਪਨਿਸ਼ਦ ਇੱਕ ਵਿਕਲਪ ਸੀ वेदांत जिन्हां विच काफ़ी धार्मिक फिलोसफी लिखी गई ते तुहानूं अज भी सिख धर्म की फिलोसफी ते उपनिषदां की फिलोसफी विच काफ़ी गल्लां सेम जिहियां मिलन गईयां, पर ये बहुत ही दार्शनिक मतलब फिलोसफिकल सन अते इसलिए सब नूं आसानी नाल समझ नहीं आउंदे सन। हर कोई ईजीली इन्हां नूं अंडरस्टैंड नहीं कर सकता सी। अच्छा जी, लोग मुक्ति के एक सरल रस्ते की तलाश कर रहे सन। वो कहते भी असी देखो ये इच्छा आम इंसान की हुंदी है, सानू मुक्ति मिले, तो उस टाइम विच तां होर सीगा ये गल ते आसान रस्ता सरल रस्ते की तलाश विच सी लोग। अजिहा धार्मिक उपदेश भी उन्हां द्वारा जानी जाती भाषा विच होना चाहिदा सी। हुण क्योंकि ना संस्कृत आम लोगों की भाषा नहीं सी उस वेले, क्योंकि लोग मूहां ते भाषा चेंज हुंदी है ते मंत्र वगैरह संस्कृत विच पढ़े जाते सी, आम जनता नूं समझ नहीं लगदी सी ते आम जनता की बोली विच सरल
ਵਿਚਾਰ ਪੇਸ਼ ਹੋਣੇ ਚਾਹੀਦੇ ਸੀ, ਇਸ ਗੱਲਾਂ ਦੀ ਆਮ ਜਨਤਾ ਨੂੰ ਲੋੜ ਸੀ। ਤੇ ਜੈਨ ਤੇ ਬੁੱਧ ਇਹਨਾਂ ਨੇ ਆਪਣੀਆਂ ਸਿੱਖਿਆਵਾਂ, ਜੋ ਕਿ ਕਾਫੀ ਸਰਲ ਸਨ, ਇੰਨਾ ਕੋਈ ਰਿਚੁਅਲ ਨਹੀਂ ਸੀ, ਉਹ ਸਿੱਖਿਆਵਾਂ ਦਿੱਤੀਆਂ ਤੇ ਜਨਤਾ ਦੀ ਭਾਸ਼ਾ ਵਿੱਚ ਦਿੱਤੀਆਂ। ਇਹ ਵੀ ਗੱਲ ਤੁਸੀਂ ਯਾਦ ਰੱਖਿਓ ਕਿ ਜਿੰਨੇ ਸੁਧਾਰਕ ਹੋਏ ਆ ਨਾ, ਉਹਨਾਂ ਨੇ ਜ਼ਿਆਦਾਤਰ ਜਨਤਾ ਦੀ ਬੋਲੀ ਵਿੱਚ ਆਪਣੇ ਵਿਚਾਰ ਪੇਸ਼ ਕੀਤੇ ਤਾਂ ਕਿ ਆਮ ਜਨਤਾ ਨੂੰ ਸਮਝ ਲੱਗ ਸਕਣ। ਗੁਰੂ ਨਾਨਕ ਸਾਹਿਬ ਨੇ ਇਸ ਤਰ੍ਹਾਂ ਕੀਤਾ, ਸ਼ੇਖ ਫਰੀਦ ਜੀ ਨੇ ਇਸ ਤਰ੍ਹਾਂ ਕੀਤਾ। ਸਾਰਿਆਂ ਨੇ ਉਸ ਸਮੇਂ ਦੀ ਜਨਤਾ ਦੀ ਬੋਲੀ ਨੂੰ ਅਪਣਾਇਆ ਤਾਂ ਕਿ ਆਮ ਜਨਤਾ ਨੂੰ ਵਿਚਾਰ ਸਮਝ ਲੱਗ ਸਕਣ। ਠੀਕ ਹੈ ਜੀ। ਇਹ ਲੋੜ ਬੁੱਧ ਅਤੇ ਮਹਾਵੀਰ ਦੀਆਂ ਸਿੱਖਿਆਵਾਂ ਦੁਆਰਾ ਪੂਰੀ ਕੀਤੀ ਗਈ। ਠੀਕ ਹੈ ਜੀ। ਧਾਰਮਿਕ ਕਾਰਨਾਂ ਜਾਂ ਕਾਰਕਾਂ ਤੋਂ ਇਲਾਵਾ, ਕਾਰਕ ਹੁੰਦੇ ਜੀ ਰੀਜ਼ਨਸ, ਸਮਾਜਿਕ ਅਤੇ ਆਰਥਿਕ ਕਾਰਨਾਂ ਨੇ ਵੀ ਇਹਨਾਂ ਦੋਹਾਂ ਧਰਮਾਂ ਦੇ ਉਭਾਰ ਵਿੱਚ ਯੋਗਦਾਨ ਪਾਇਆ। ਇਹ ਤੁਸੀਂ ਯਾਦ ਰੱਖਣਾ। ਧਾਰਮਿਕ ਕਾਰਨ ਤੁਸੀਂ ਗ੍ਰਾਫ ਜਿਹਾ ਬਣਾ ਲੈਣਾ, ਉਹ ਕਿਹੜੇ ਸੀ, ਸਮਾਜਿਕ ਕਾਰਨ ਕਿਹੜੇ ਸੀ, ਜਾਤ ਪਾਤ ਵਾਲਾ ਐਂਗਲ, ਤੇ ਆਰਥਿਕ ਕਾਰਨ ਕਿਹੜੇ ਸੀ। ਧਾਰਮਿਕ ਅਸੀਂ ਪੜ੍ਹ ਲਏ, ਹੁਣ ਥੋੜਾ ਸਮਾਜਿਕ ਤੇ ਆਰਥਿਕ ਵੱਲ ਵੀ ਝਾਤ ਪਾਈਏ। ਭਾਰਤ ਵਿੱਚ ਪ੍ਰਚਲਿਤ ਸਖਤ ਜਾਤੀ ਪ੍ਰਣਾਲੀ ਨੇ ਸਮਾਜ ਵਿੱਚ ਤਣਾਅ ਪੈਦਾ ਕੀਤਾ ਹੋਇਆ ਸੀ। ਸਖਤ ਜਾਤੀ ਪ੍ਰਣਾਲੀ, ਜੋ ਜਿਸ ਦੀ ਕਾਸਟ ਆ ਉਹੀ ਰਹੇਗੀ, ਇਹ ਚੇਂਜ ਨਹੀਂ ਹੋ ਸਕਦੀ। ਲੈਟਰ ਵੈਦਿਕ ਪੀਰੀਅਡ ਵਿੱਚ ਕਾਸਟ ਸਿਸਟਮ ਰਿਜਿਡ ਹੋ ਗਿਆ ਸੀ, ਸਖਤ ਹੋ ਗਿਆ ਸੀ। ਉੱਚ ਵਰਗਾਂ ਕੋਲ ਕੁਝ ਵਿਸ਼ੇਸ਼ ਅਧਿਕਾਰ ਸਨ ਜੋ ਹੇਠਲੇ ਵਰਗਾਂ ਨੂੰ ਪ੍ਰਾਪਤ ਨਹੀਂ ਸਨ। ਅਪਰ ਕਾਸਟ ਵਾਲੇ ਕੀ ਆ, ਕੁਝ ਪ੍ਰਿਵਿਲੇਜ ਇੰਜੋਏ ਕਰਦੇ ਸੀ। ਨਾਲ ਹੀ ਕਸ਼ਤਰੀ ਪੁਜਾਰੀ ਵਰਗ ਦੇ ਦਬਦਬੇ ਤੋਂ ਨਾਰਾਜ਼ ਸਨ। ਸੈਕੰਡ ਕੌਣ ਆਉਂਦਾ ਸੀ ਜੀ ਵਰਨ ਵਿਵਸਥਾ ਵਿੱਚ? ਕਸ਼ਤਰੀ। ਹੁਣ ਉਹ ਕਹਿੰਦੇ ਕਿ ਪਾਵਰ ਸਾਡੀ ਆ, ਪਰ ਚਲਦੀ ਕਿਹਦੀ ਆ? ਪੁਜਾਰੀਆਂ ਦੀ। ਇਹ ਸਾਡੇ ਕੋਲ ਜੱਗ ਵਗੈਰਾ ਕਰਾਈ ਜਾਂਦੇ ਆ ਤੇ ਆਪ ਗਿਫਟ ਲਈ ਜਾਂਦੇ ਆ। ਤਾਂ ਕਸ਼ਤਰੀ ਵਰਗ ਵੀ ਆਪਣੀ ਪਾਵਰ ਨੂੰ ਕੀ ਆ, ਅਸਰਟ ਕਰਨਾ ਚਾਹੁੰਦਾ ਸੀ। ਹੁਣ ਇੱਥੇ ਇਹ ਵੀ ਗੱਲ ਨੋਟ ਕਰਨ ਵਾਲੀ ਆ ਕਿ ਬੁੱਧ ਅਤੇ ਮਹਾਵੀਰ ਦੋਨੋਂ ਹੀ ਕਸ਼ਤਰੀ ਮੂਲ ਦੇ ਸਨ। ਠੀਕ ਹੈ ਨਾ, ਕਸ਼ਤਰੀ ਮੂਲ ਦੇ। ਤੇ ਇਹ ਗੱਲ ਕਹੀ ਜਾ ਸਕਦੀ ਹੈ ਕਿ ਬ੍ਰਾਹਮਣੀਕਲ ਪੁਜਾਰੀ ਵਰਗ ਨੂੰ ਇਹਨਾਂ ਨੇ ਚੈਲੰਜ ਕੀਤਾ। ਵਪਾਰ ਦੇ ਵਾਧੇ ਕਾਰਨ ਜਿਹੜੇ ਵੈਸ਼ ਸੀਗੇ, ਵੈਸ਼ ਹੁੰਦੇ ਜੀ ਵਪਾਰੀ, ਬ੍ਰਾਹਮਣ, ਖੱਤਰੀ, ਕਸ਼ਤਰੀ, ਵੈਸ਼ ਤੇ ਸ਼ੂਦਰ, ਜਿਹੜੇ ਵੈਸ਼ ਲੋਕ ਸੀ ਉਹਨਾਂ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਹੋਇਆ। ਨਤੀਜੇ ਵਜੋਂ ਉਹ ਆਪਣੀ ਸਮਾਜਿਕ ਸਥਿਤੀ ਨੂੰ ਵਧਾਉਣਾ ਚਾਹੁੰਦੇ ਸਨ। ਉਹਨਾਂ ਕੋਲ ਪੈਸਾ ਆ ਗਿਆ ਵੈਸ਼ ਕੋਲ, ਤੇ ਉਹ ਵੀ ਚਾਹੁੰਦੇ ਸੀ ਕਿ ਸਾਡੀ ਸੋਸ਼ਲ ਸਟੇਟਸ ਉੱਚਾ ਹੋਵੇ। ਤਾਂ ਉਹਨਾਂ ਨੇ ਉਹ ਧਰਮ ਨੂੰ ਪ੍ਰਮੋਟ ਕੀਤਾ ਜਿਹੜੇ ਇਹਨਾਂ ਦੇ ਹਿੱਤ ਦੀ ਗੱਲ ਕਰੇ। ਪਰ ਰੂੜੀਵਾਦੀ ਵਰਨ ਪ੍ਰਣਾਲੀ ਨੇ ਇਸ ਦੀ ਇਜਾਜ਼ਤ ਨਹੀਂ ਸੀ ਦਿੱਤੀ। ਇਸ ਲਈ ਉਹ ਬੁੱਧ ਅਤੇ ਜੈਨ ਧਰਮਾਂ ਨੂੰ ਸਮਰਥਨ ਦੇਣ ਲੱਗੇ। ਉਹਨਾਂ ਨੇ ਵੀ ਬੁੱਧ ਅਤੇ ਜੈਨ ਧਰਮ ਨੂੰ ਸਮਰਥਨ ਦਿੱਤਾ। ਇੱਥੇ ਇਹ ਵੀ ਗੱਲ ਆ ਕਿ ਉਹਨਾਂ ਕੋਲੋਂ ਟੈਕਸ ਬਹੁਤ ਲਈ ਜਾ ਰਹੇ ਸੀ ਆ ਜੱਗ ਵਗੈਰਾ ਕਰਨ ਲਈ, ਤਾਂ ਉਹ ਵੀ ਚਾਹੁੰਦੇ ਸੀ ਵੀ ਕੁਛ ਨਾ ਸਿੰਪਲ ਚੀਜ਼ਾਂ ਹੋਣ। ਇਹ ਵਪਾਰਿਕ ਵਰਗ ਹੀ ਸੀ ਜਿਸ ਨੇ ਇਹਨਾਂ ਨਵੇਂ ਧਰਮਾਂ ਨੂੰ ਮੁੱਖ ਸਮਰਥਨ ਦਿੱਤਾ ਸੀ, ਜੈਨ ਤੇ ਬੁੱਧ। ਇਹ ਤੁਸੀਂ ਮਾਈਂਡ 'ਚ ਰੱਖਣਾ ਕਿ ਦੇਖੋ ਜੀ, ਜਿਹੜਾ ਪੈਸੇ ਵਾਲਾ ਵਰਗ ਆ ਨਾ, ਵਪਾਰੀ ਵਰਗ, ਉਹਦੀ ਸਪੋਰਟ ਕਾਫੀ ਅਹਿਮ ਹੋ ਜਾਂਦੀ ਆ ਕਿਸੇ ਧਰਮ ਦੇ ਪ੍ਰਫੁੱਲਿਤ ਹੋਣ ਵਿੱਚ। ਹੁਣ ਆਪਾਂ ਜੈਨ ਤੇ ਬੁੱਧ ਦੀ ਗੱਲ ਕਰ ਲਈ। ਅੱਜ ਦੇ ਦੌਰ ਵਿੱਚ ਸਿੱਖ ਧਰਮ ਆ ਨਾ ਜਿਹੜਾ, ਜੇ ਆਪਾਂ ਥੋੜਾ ਪਿੱਛੇ ਜਾਈਏ ਤੇ ਉਹਦੇ ਪ੍ਰਫੁੱਲਿਤ ਹੋਣ ਦਾ ਵੀ ਇੱਕ ਵੱਡਾ ਕਾਰਨ ਕੀ ਸੀਗਾ? ਵਪਾਰੀ ਵਰਗ ਦਾ ਸਾਥ ਦੇਣਾ। ਕਿਉਂਕਿ ਗੁਰੂ ਸਾਹਿਬ ਖੁਦ ਵੀ ਖੱਤਰੀ ਵਰਗ ਦੇ ਸਨ ਤੇ ਖੱਤਰੀ ਵਰਗ ਵਾਲੇ ਹੋਰ ਵੀ ਤੁਸੀਂ ਦੇਖ ਲਿਓ ਵੀ ਜਿਨ੍ਹਾਂ ਡੇਰਿਆਂ ਨੂੰ ਜਾਂ ਧਾਰਮਿਕ ਫਿਰਕਿਆਂ ਨੂੰ ਆਪਣੀ ਵਪਾਰਿਕ ਕਲਾਸ ਦਾ ਸਮਰਥਨ ਹਾਸਲ ਹੁੰਦਾ ਨਾ, ਉਹ ਜ਼ਿਆਦਾ ਪ੍ਰਫੁੱਲਿਤ ਹੁੰਦੇ ਆ ਕਿਉਂਕਿ ਪੈਸਾ ਲੱਗ ਗਿਆ ਨਾ। ਅੱਛਾ ਜੀ, ਜੈਨ ਧਰਮ। ਹੁਣ ਜੈਨ ਧਰਮ ਦੀ ਗੱਲ ਕਰ ਲਈਏ। ਵਰਧਮਾਨ ਮਹਾਵੀਰ ਦਾ ਜੀਵਨ 539 ਤੋਂ 467 BC ਬਿਫੋਰ ਕ੍ਰਾਈਸਟ ਸੀ। ਮੇਨ ਕੌਣ ਆ ਜੀ ਇਹਨਾਂ ਦੇ? ਵਰਧਮਾਨ ਮਹਾਵੀਰ। ਵਰਧਮਾਨ ਮਹਾਵੀਰ ਜਿਨ੍ਹਾਂ ਤੋਂ ਜੈਨ ਧਰਮ ਕਾਫੀ ਪ੍ਰਫੁੱਲਿਤ ਹੋਇਆ। ਮੰਨਿਆ ਜਾਂਦਾ ਹੈ ਕਿ ਇਹਨਾਂ ਨੇ ਕਾਫੀ ਯੋਗਦਾਨ ਦਿੱਤਾ, ਪਰ ਇਹ ਪਹਿਲੇ ਨਹੀਂ ਸੀ, ਆਪਣੇ ਫਿਰਕੇ ਦੇ ਪਹਿਲੇ ਨਹੀਂ ਸੀ। ਵਰਧਮਾਨ ਮਹਾਵੀਰ ਜੈਨ ਪਰੰਪਰਾ ਦੇ 24ਵੇਂ ਤੀਰਥੰਕਰ ਸਨ। ਤੀਰਥੰਕਰ ਦਾ ਮਤਲਬ ਹੁੰਦਾ ਜੀ ਜਿਹੜਾ ਸਾਨੂੰ ਸੰਸਾਰ ਸਮੁੰਦਰ ਤੋਂ ਪਾਰ ਲਗਾਉਂਦਾ। ਤੀਰਥੰਕਰ ਸੰਸਾਰ ਸਮੁੰਦਰ ਤੋਂ ਪਾਰ ਲਗਾਉਣ ਵਾਲਾ। ਤੇ ਇਹ ਆਪਣੇ ਜੈਨ ਪਰੰਪਰਾ ਦੇ 24ਵੇਂ ਤੀਰਥੰਕਰ ਸਨ। ਠੀਕ ਹੈ ਜੀ।
ਇਹਦਾ ਮਤਲਬ ਇਹਨਾਂ ਤੋਂ ਪਹਿਲਾਂ 23 ਹੋਰ ਸਨ, ਇਹ ਪਹਿਲੇ ਨਹੀਂ ਸੀ। ਉਹਨਾਂ ਦਾ ਜਨਮ ਵੈਸ਼ਾਲੀ ਦੇ ਨੇੜੇ ਕੁੰਡਗ੍ਰਾਮਾ ਵਿਖੇ ਕਸ਼ਤਰੀ ਮਾਤਾ ਪਿਤਾ ਸਿਧਾਰਥ ਅਤੇ ਤ੍ਰਿਸ਼ਾਲਾ ਦੇ ਘਰ ਹੋਇਆ ਸੀ। ਆਹ ਕੋਈ ਨਾਮ ਵੀ ਯਾਦ ਰੱਖੋ ਤਾਂ ਵੀ ਕੋਈ ਪ੍ਰੋਬਲਮ ਨਹੀਂ। ਹਾਂ, ਕਸ਼ਤਰੀ ਵਰਗ ਦੇ ਸਨ ਇਹ। ਵੈਸ਼ਾਲੀ ਜਿੱਥੇ ਉਹਨਾਂ ਦਾ ਬਰਥ ਹੋਇਆ, ਇੱਧਰ ਬਿਹਾਰ ਸਾਈਡ ਹੈ ਜੀ ਵੈਸ਼ਾਲੀ। ਇਹ ਜਗ੍ਹਾਵਾਂ ਇੰਪੋਰਟੈਂਟ ਆ, ਵੈਸ਼ਾਲੀ, ਪਾਟਲੀਪੁੱਤਰ, ਰਾਜਗ੍ਰਿਹਾ ਅਸੀਂ ਪੜ੍ਹਾਂਗੇ। ਉਹਨਾਂ ਨੇ ਯਸ਼ੋਦਾ ਨਾਲ ਵਿਆਹ ਕੀਤਾ ਅਤੇ ਇੱਕ ਧੀ ਨੂੰ ਜਨਮ ਦਿੱਤਾ। ਪਤਨੀ ਦਾ ਨਾਂ ਕੋਈ ਇੰਨਾ ਇੰਪੋਰਟੈਂਟ ਨਹੀਂ। ਹਾਂ, ਉਹਨਾਂ ਦਾ ਇੱਕ ਬੱਚਾ ਸੀ, ਇੱਕ ਧੀ ਸੀ। ਬੇਸਿਕਲੀ ਵਿਆਹ ਕੀਤਾ, ਜਸ ਕੀਤਾ, ਇਹ ਇੰਪੋਰਟੈਂਟ ਪੁਆਇੰਟ ਆ। 30 ਸਾਲ ਦੀ ਉਮਰ ਵਿੱਚ ਉਹ ਤਪਸਵੀ ਬਣ ਗਏ ਅਤੇ 12 ਸਾਲ ਭਟਕਦੇ ਰਹੇ। ਬੇਸਿਕਲੀ ਮਹਾਂਪੁਰਖਾਂ ਨੂੰ ਇਹ ਹੁੰਦਾ ਨਾ ਕਿ ਜੀਵਨ ਕੀ ਆ ਜਾਂ ਸੰਸਾਰ ਕੀ ਆ, ਇਹ ਗੁੱਝੇ ਪ੍ਰਸ਼ਨਾਂ ਦੇ ਉੱਤਰ ਲੱਭਦੇ ਆ। ਤੇ ਇਹ 30 ਸਾਲ ਦੀ ਉਮਰ ਵਿੱਚ ਤਪਸਵੀ ਬਣੇ ਸੀ ਤੇ 12 ਸਾਲ ਭਟਕਦੇ ਰਹੇ ਤੇ 13ਵੇਂ ਸਾਲ ਆਪਣੀ ਤਪੱਸਿਆ ਦੇ 13 ਸਾਲਾਂ ਵਿੱਚ ਉਹਨਾਂ ਨੇ ਕੇਵਲ ਗਿਆਨ ਨਾਮਕ ਉੱਚ ਅਧਿਆਤਮਕ ਗਿਆਨ ਪ੍ਰਾਪਤ ਕੀਤਾ। ਹੁਣ ਇਹ ਪ੍ਰਸ਼ਨ ਆ ਜਾਣਾ, ਕੇਵਲ ਗਿਆਨ ਕੀ ਹੁੰਦਾ ਜੀ? ਕੇਵਲ ਗਿਆਨ ਇੱਕ ਇੰਪੋਰਟੈਂਟ ਟਰਮੀਨੋਲੋਜੀ ਆ, ਕੇਵਲ ਗਿਆਨ। ਜੈਨੀਆਂ ਵਿੱਚ ਉੱਚ ਦਰਜੇ ਦੇ ਗਿਆਨ ਨੂੰ ਕੇਵਲ ਗਿਆਨ ਕਿਹਾ ਜਾਂਦਾ ਹੈ। ਯਾਦ ਰੱਖਿਓ, ਕੇਵਲ ਗਿਆਨ ਕੀ ਆ? ਉੱਚ ਅਧਿਆਤਮਿਕ ਗਿਆਨ। ਕਿਹਨਾਂ ਵਿੱਚ? ਜੈਨੀਆਂ ਵਿੱਚ। ਕੇਵਲ ਗਿਆਨ ਨਾਮਕ ਉੱਚ ਅਧਿਆਤਮਿਕ ਗਿਆਨ ਪ੍ਰਾਪਤ ਕੀਤਾ। ਠੀਕ ਹੈ ਜੀ। ਇਸ ਤੋਂ ਬਾਅਦ ਉਹਨਾਂ ਨੂੰ ਮਹਾਵੀਰ ਕਿਹਾ ਗਿਆ। ਠੀਕ, ਜਦੋਂ ਗਿਆਨ ਪ੍ਰਾਪਤ ਕਰ ਲਿਆ ਤੇ ਹੁਣ ਮਹਾਵੀਰ ਨਾਮ ਕਰਕੇ ਉਹਨਾਂ ਨੂੰ ਜਾਣਿਆ ਜਾਣ ਲੱਗਾ ਅਤੇ ਉਹਨਾਂ ਦੇ ਪੈਰੋਕਾਰਾਂ ਨੂੰ, ਜਿਹੜੇ ਉਹਨਾਂ ਨੂੰ ਮੰਨਦੇ ਸੀ, ਪੈਰੋਕਾਰ ਸੀ, ਉਹਨਾਂ ਨੂੰ ਜੈਨ ਅਤੇ ਉਹਨਾਂ ਦੇ ਧਰਮ ਨੂੰ ਜੈਨ ਧਰਮ ਕਿਹਾ ਗਿਆ। ਠੀਕ ਹੈ ਜੀ, ਕੇਵਲ ਗਿਆਨ। ਉਹਨਾਂ ਨੇ 30 ਸਾਲਾਂ ਤੱਕ ਆਪਣੇ ਸਿਧਾਂਤਾਂ ਦਾ ਪ੍ਰਚਾਰ ਕੀਤਾ ਅਤੇ 72 ਸਾਲ ਦੀ ਉਮਰ ਵਿੱਚ ਰਾਜਗ੍ਰਹਿ ਦੇ ਨੇੜੇ ਪਾਵਾ ਵਿਖੇ ਉਹਨਾਂ ਦੀ ਮੌਤ ਹੋ ਗਈ। ਤੁਹਾਨੂੰ ਵੈਸੇ ਪੁੱਛ ਲਿਆ ਜਾ ਸਕਦਾ ਕਿ ਕਿੱਥੇ ਮੌਤ ਹੋਈ, ਜਨਮ ਕਿੱਥੇ ਹੋਇਆ ਤੇ ਮੌਤ ਕਿੱਥੇ ਹੋਈ? ਸਿੰਪਲ ਪ੍ਰਸ਼ਨ, ਪਾਵਾ ਜੇ ਹੋ ਸਕਦਾ, ਜੇ ਟਫ ਕਰ ਦੇਣ ਉਹ ਤਾਂ ਪਾਵਾ, ਨਹੀਂ ਤਾਂ ਉਹ ਪੁੱਛ ਸਕਦੇ ਰਾਜਗ੍ਰਿਹਾ, ਪਾਟਲੀਪੁੱਤਰ, ਮਗਧ ਕਿੱਥੇ ਹੋਇਆ ਜੀ? ਰਾਜਗ੍ਰਹਿ, ਉਸ ਦੇ ਲਾਗੇ ਪਾਵਾ। ਜੇ ਪ੍ਰਸ਼ਨ ਟਫ ਕਰਤਾ ਤਾਂ ਪਰਟੀਕੂਲਰ ਸਥਾਨ ਪੁੱਛਿਆ ਜਾ ਸਕਦਾ, ਪਾਵਾ, ਰਾਜਗ੍ਰਹਿ ਦੇ ਨੇੜੇ ਪਾਵਾ। ਠੀਕ। ਉਹਨਾਂ ਦੀਆਂ ਸਿੱਖਿਆਵਾਂ, ਮਹਾਵੀਰ ਜੀ ਦੀਆਂ ਸਿੱਖਿਆਵਾਂ, ਟੀਚਿੰਗਸ ਕੀ ਕੀ ਸੀ? ਜੈਨ ਧਰਮ ਦੇ 3 ਸਿਧਾਂਤ, 3 ਪ੍ਰਿੰਸੀਪਲ ਮੰਨੇ ਜਾਂਦੇ ਆ ਜੀ, ਜਿਨ੍ਹਾਂ ਨੂੰ ਤ੍ਰੈ ਰਤਨ ਵੀ ਕਿਹਾ ਜਾਂਦਾ ਹੈ। ਮਤਲਬ 3 ਰਤਨ, 3 ਜੈਮ, 3 ਨਗ। ਉਹ ਕਿਹੜੇ ਆ ਜੀ? ਸਹੀ ਵਿਸ਼ਵਾਸ, ਸਹੀ ਗਿਆਨ ਤੇ ਸਹੀ ਆਚਰਣ। ਰਾਈਟ ਫੇਥ, ਰਾਈਟ ਨੌਲੇਜ ਐਂਡ ਰਾਈਟ ਕੰਡਕਟ। ਸਹੀ ਵਿਸ਼ਵਾਸ ਦਾ ਮਤਲਬ ਕੀ ਆ? ਕਿ ਤੁਸੀਂ ਮਹਾਵੀਰ ਜੀ ਦੀਆਂ ਸਿੱਖਿਆਵਾਂ ਅਤੇ ਉਹਨਾਂ ਦੇ ਵਿਜ਼ਡਮ ਮਤਲਬ ਸਿਆਣਪ ਵਿੱਚ ਵਿਸ਼ਵਾਸ ਕਰਨਾ। ਸਹੀ ਵਿਸ਼ਵਾਸ, ਮਹਾਵੀਰ ਜੀ ਦੀਆਂ ਸਿੱਖਿਆਵਾਂ ਤੇ ਉਹਨਾਂ ਦੇ ਵਿਜ਼ਡਮ, ਸਿੰਪਲ ਉਹਨਾਂ ਦੀਆਂ ਮਹਾਵੀਰ ਜੀ ਦੀਆਂ ਸਿੱਖਿਆਵਾਂ ਤੇ ਵਿਸ਼ਵਾਸ ਕਰਨਾ। ਸਹੀ ਗਿਆਨ, ਇਸ ਦਾ ਮਤਲਬ ਕੀ ਹੈ ਜੀ? ਇਸ ਸਿਧਾਂਤ ਨੂੰ ਸਵੀਕਾਰ ਕਰਨਾ ਹੈ ਕਿ ਕੋਈ ਰੱਬ ਨਹੀਂ ਹੈ ਅਤੇ ਸੰਸਾਰ ਸਿਰਜਣਹਾਰ ਤੋਂ ਬਿਨਾਂ ਮੌਜੂਦ ਹੈ। ਵੀ ਇਸ ਸੰਸਾਰ ਦਾ ਕੋਈ ਸਿਰਜਣਹਾਰ ਨਹੀਂ ਆ, ਕੋਈ ਰੱਬ ਨਹੀਂ ਆ ਅਤੇ ਸਾਰੀਆਂ ਵਸਤੂਆਂ ਵਿੱਚ ਇੱਕ ਆਤਮਾ ਹੈ, ਵਨ ਸੋਲ ਆ, ਇੱਕ ਆਤਮਾ ਹੈ। ਲਾਈਨ ਇੰਪੋਰਟੈਂਟ ਆ ਕਿ ਕਿਹੜਾ ਗਿਆਨ ਦਿੱਤਾ ਉਹਨਾਂ ਨੇ? ਕਿ ਰੱਬ ਨਹੀਂ ਆ, ਕੋਈ ਸਿਰਜਣਹਾਰ ਵੀ ਨਹੀਂ ਆ, ਕ੍ਰੀਏਟਰ ਵੀ ਨਹੀਂ ਆ ਸੰਸਾਰ ਦਾ, ਤੇ ਸਾਰੀਆਂ ਵਸਤੂਆਂ ਵਿੱਚ ਇੱਕ ਆਤਮਾ ਹੈ, ਵਨ ਸੋਲ ਹੈ। ਇਹ ਇਹਨਾਂ ਦੀ ਟੀਚਿੰਗ ਸੀ। ਯਾਦ ਰੱਖਿਓ ਵੀ ਰੱਬ ਨਹੀਂ ਹੈ, ਕਿ ਉਹਨਾਂ ਨੇ ਗੋਡ ਦਾ ਕੰਸੈਪਟ ਦਿੱਤਾ, ਨਹੀਂ, ਰੱਬ ਨਹੀਂ ਹੈ ਤੇ ਸਾਰਿਆਂ ਵਿੱਚ ਇੱਕ ਹੀ ਆਤਮਾ ਆ। ਇਸ ਲਾਈਨਾਂ ਨੂੰ ਤੁਸੀਂ ਰੱਟੇ ਲਾਣੇ ਆ ਸਮਝ ਕੇ। ਦੇਖੋ, ਇੱਥੇ ਇੱਕ ਗੱਲ ਯਾਦ ਰੱਖਿਓ ਕਿ ਇਹਨਾਂ ਨੇ ਰੱਬ ਨੂੰ ਨਕਾਰਿਆ। ਹੁਣ ਬੁੱਧ ਨੇ ਰੱਬ ਨੂੰ ਨਕਾਰਿਆ। ਐਕਚੁਅਲੀ ਬੁੱਧ ਐਗਨੋਸਟਿਕ ਸੀ,
ਨਾ ਉਹਨਾਂ ਨੇ ਸਵਕਾਰਿਆ ਨਾ ਨਕਾਰਿਆ, ਉਹ ਇਸ ਮਾਮਲੇ ਤੇ ਚੁੱਪ ਰਹੇ। ਜੈਨੀਆਂ ਨੇ ਕਿਹਾ ਕਿ ਰੱਬ ਨਹੀਂ ਆ, ਇਹ ਤੁਸੀਂ ਯਾਦ ਰੱਖਿਓ। ਅਗਲਾ ਪੁਆਇੰਟ ਹੈ ਜੀ ਸਹੀ ਆਚਰਣ, ਰਾਈਟ ਕੰਡਕਟ। ਇਸ ਅਨੁਸਾਰ ਬੰਦੇ ਨੂੰ 5 ਮਹਾਨ ਸੌਹਾਂ ਦੀ ਪਾਲਣਾ ਕਰਨੀ ਪੈਂਦੀ ਹੈ। ਵੋਜ਼, ਸੁਖਣਾ, ਸੌਹਾਂ, ਉਹ ਕਿਹੜੀਆਂ ਕਿਹੜੀਆਂ ਜੀ? 5। ਕਿਸੇ ਵੀ ਜੀਵ ਨੂੰ ਨੁਕਸਾਨ ਨਹੀਂ ਪਹੁੰਚਾਉਣਾ, ਕਿਉਂਕਿ ਹਰੇਕ ਜੀਵ ਵਿੱਚ ਜ਼ਿੰਦਗੀ ਆ। ਜੀਵ ਜਾਂ ਜ਼ਿੰਦਗੀ ਨੂੰ ਨੁਕਸਾਨ ਨਹੀਂ ਪਹੁੰਚਾਉਣਾ। ਝੂਠ ਨਹੀਂ ਬੋਲਣਾ, ਚੋਰੀ ਨਹੀਂ ਕਰਨੀ, ਜਾਇਦਾਦ ਹਾਸਲ ਨਹੀਂ ਕਰਨੀ, ਪ੍ਰੋਪਰਟੀ ਅਕਵਾਇਰ ਨਹੀਂ ਕਰਨੀ, ਅਨੈਤਿਕ ਜੀਵਨ ਨਹੀਂ ਜਿਉਣਾ, ਇਮੋਰਲ ਲਾਈਫ, ਠੀਕ ਹੈ ਨਾ, ਨॉट ਟੂ ਲੀਡ ਇਮੋਰਲ ਲਾਈਫ, ਅਨੈਤਿਕ ਜੀਵਨ ਨਹੀਂ ਜਿਉਣਾ, ਠੀਕ ਹੈ। ਇਹ ਤੁਸੀਂ ਇਹ ਯਾਦ ਕਰ ਲੈਣਾ। ਤੇ ਇਹੀ ਚੀਜ਼ਾਂ ਤੁਹਾਨੂੰ ਐਥਿਕਸ ਦੇ ਪੇਪਰ ਵਿੱਚ ਵੀ ਬਹੁਤ ਕੰਮ ਆਉਣੀਆਂ ਆ, ਜੈਨ ਤੇ ਬੁੱਧ ਇਹਨਾਂ ਦੀਆਂ ਸਿੱਖਿਆਵਾਂ। ਅੱਗੇ ਚੱਲਦੇ ਹਾਂ ਜੀ ਪਾਦਰੀਆਂ ਦੀ, ਜਿਹੜੇ ਤਾਂ ਹੋ ਗਏ ਕਲਰਜੀ ਮੀਨ ਮੌਂਕ, ਜਿਨ੍ਹਾਂ ਦਾ ਰੁਤਬਾ ਉੱਚਾ ਆ ਧਰਮ ਵਿੱਚ। ਪਾਦਰੀ ਅਤੇ ਆਮ ਲੋਕਾਂ ਦੋਵਾਂ ਨੂੰ ਅਹਿੰਸਾ ਦੇ ਸਿਧਾਂਤ ਦੀ ਸਖਤੀ ਨਾਲ ਪਾਲਣਾ ਕਰਨੀ ਪੈਂਦੀ ਸੀ। ਅਹਿੰਸਾ, ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਣਾ, ਠੀਕ, ਸਖਤੀ ਨਾਲ। ਆ ਤੁਸੀਂ ਦੇਖਿਓ ਕਦੀ ਕਦੀ ਨਾ ਉਹ ਮੂੰਹ ਤੇ ਨਾ ਪੱਟੀ ਜਿਹੀ ਬੰਨ ਕੇ ਚੱਲਦੇ ਆ, ਜੈਨੀ ਪੱਟੀ ਜਿਹੀ ਹੁੰਦੀ ਉਹਨਾਂ ਦੇ ਬੰਨੀ ਮੂੰਹ ਤੇ। ਉਹਦਾ ਮਤਲਬ ਇਹੀ ਆ ਕਿ ਸਾਡੇ ਮੂੰਹ ਖੁੱਲ ਕੇ, ਜੇ ਖੁੱਲ ਜਾਵੇ ਤਾਂ ਬਾਹਰਲੇ ਕੁਛ ਛੋਟੇ ਮੋਟੇ ਕੀੜੇ ਵਗੈਰਾ ਸਾਡੇ ਮੂੰਹ ਦੇ ਅੰਦਰ ਨਾ ਚਲ ਜਾਣ, ਬੈਕਟੀਰੀਆ, ਮਾਈਕਰੋ ਆਰਗੈਨਿਜ਼ਮ, ਸੂਖਮ ਜੀਵ ਸਾਡੇ ਅੰਦਰ ਨਾ ਚਲ ਜਾਣ। ਉਹ ਅਹਿੰਸਾ ਦਾ ਇੰਨਾ ਪਾਲਣ ਕਰਦੇ ਆ ਕਿ ਉਹ ਛੋਟੀ ਛੋਟੀ ਗੱਲਾਂ ਵੱਲ ਵੀ ਧਿਆਨ ਰੱਖਦੇ ਆ। ਵੀ ਜਿੱਦਾਂ ਉਹ ਐਗਰੀਕਲਚਰ ਨੂੰ ਵੀ ਸਹੀ ਨਹੀਂ ਸੀ ਕਹਿ ਰਹੇ ਜੈਨ, ਕਹਿੰਦੇ ਵੀ ਜਦੋਂ ਤੁਸੀਂ ਹੱਲ ਚਲਾਉਂਦੇ ਆ ਤੇ ਧਰਤੀ ਵਿੱਚ ਜਿਹੜੇ ਕੀੜੇ ਮਕੌੜੇ ਆ ਉਹਨਾਂ ਨੂੰ ਨੁਕਸਾਨ ਹੁੰਦਾ, ਧਰਤੀ ਨੂੰ ਨੁਕਸਾਨ ਹੁੰਦਾ, ਤੇ ਉਹਨਾਂ ਦੇ ਪਾਣੇ ਵੀ ਹਰੇਕ ਚੀਜ਼ ਵਿੱਚ ਕੀ ਆ, ਲਾਈਫ ਆ, ਕਿਸੇ 'ਚ ਥੋੜ੍ਹੀ ਜਾਂ ਕਿਸੇ 'ਚ ਜ਼ਿਆਦਾ ਆ। ਇਸ ਲਈ ਉਹ ਜਿਹੜੀ ਧਰਤੀ ਵਗੈਰਾ ਇਹਨਾਂ ਚੀਜ਼ਾਂ ਨੂੰ ਵੀ ਨੁਕਸਾਨ ਪਹੁੰਚਾਉਣ ਦੇ ਹੱਕ ਵਿੱਚ ਨਹੀਂ ਸੀ। ਮਹਾਂਵੀਰ ਮੰਨਦੇ ਸਨ ਕਿ ਸਾਰੀਆਂ ਵਸਤੂਆਂ ਭਾਵੇਂ ਸੰਜੀਵ ਹੋਣ ਚਾਹੇ ਨਿਰਜੀਵ ਹੋਣ, ਉਹਨਾਂ ਵਿੱਚ ਰੂਹ ਅਤੇ ਕਈ ਲੈਵਲ ਦੀ ਚੇਤਨਾ ਹੁੰਦੀ ਹੈ। ਸੰਜੀਵ ਤੇ ਨਿਰਜੀਵ ਦੋਹਾਂ ਵਸਤੂਆਂ ਵਿੱਚ ਸੌਲ ਵੀ ਆ, ਰੂਹ ਵੀ ਆ, ਅਤੇ ਕਈ ਡਿਗਰੀ ਦੀ ਚੇਤਨਾ, ਕੌਨਸ਼ੀਅਸਨੈਸ ਆ। ਮੀਨ ਅਸੀਂ ਕੌਨਸ਼ੀਅਸਨੈਸ ਘੱਟ ਹੋ ਸਕਦੀ ਆ, ਵੱਧ ਹੋ ਸਕਦੀ ਆ, ਪਰ ਹਰ ਚੀਜ਼ ਵਿੱਚ, ਚਾਹੇ ਉਹ ਸੰਜੀਵ ਆ ਚਾਹੇ ਉਹ ਨਿਰਜੀਵ ਆ, ਉਸ ਵਿੱਚ ਸੌਲ ਹੈ, ਉਸ ਵਿੱਚ ਆਤਮਾ ਹੁੰਦੀ ਆ, ਤੇ ਚੇਤਨਾ ਵੀ ਹੁੰਦੀ ਆ, ਕੌਨਸ਼ੀਅਸਨੈਸ ਹੁੰਦੀ ਆ, ਜਾਗ੍ਰਿਤੀ ਹੁੰਦੀ ਆ। ਇਹਨਾਂ ਵਿੱਚ ਵੀ ਜੀਵਨ ਹੁੰਦਾ ਹੈ ਅਤੇ ਸੱਟ ਲੱਗਣ ਤੇ ਇਹ ਵੀ ਦਰਦ ਮਹਿਸੂਸ ਕਰਦੇ ਹਨ। ਆਹ ਇੰਪੋਰਟੈਂਟ ਪੁਆਇੰਟ ਹੋ ਗਿਆ ਵੀ ਸਾਰਿਆਂ ਵਿੱਚ ਜੀਵਨ ਹੈ, ਤੇ ਜਦੋਂ ਅਸੀਂ ਇਹਨਾਂ ਨੂੰ ਸੱਟ ਮਾਰਦੇ ਹਾਂ ਤਾਂ ਇਹਨਾਂ ਨੂੰ ਦਰਦ ਵੀ ਹੁੰਦਾ ਆ। ਮਹਾਂਵੀਰ ਨੇ ਵੇਦਾਂ ਦੀ ਸੱਤਾ ਨੂੰ ਰੱਦ ਕਰ ਦਿੱਤਾ ਸੀ, ਕਿਉਂਕਿ ਇਹ ਹੈਟਰੋਡਾਕਸ ਧਰਮ ਆ ਨਾ। ਆਰਥੋਡਾਕਸ ਵੇਦਾਂ ਨੂੰ ਮੰਨਦੇ ਸਨ ਤੇ ਹੈਟਰੋਡਾਕਸ ਵੇਦਾਂ ਨੂੰ ਨਹੀਂ ਮੰਨਦੇ ਸਨ। ਉਹ ਵੇਦਾਂ ਦੀ ਸੱਤਾ ਨੂੰ ਰੱਦ ਕੀਤਾ। ਜੈਨੀਆਂ ਨੇ ਵੀ ਤੇ ਬੁੱਧ ਨੇ ਵੀ, ਅਤੇ ਵੈਦਿਕ ਰੀਤੀ ਰਿਵਾਜਾਂ ਤੇ ਇਤਰਾਜ਼ ਕੀਤਾ ਸੀ ਵੀ ਆਹ ਜਿਹੜੇ ਤੁਸੀਂ ਰੀਤੀ ਰਿਵਾਜ ਕਰਦੇ ਆ ਉਹਨਾਂ ਉੱਤੇ ਕਿੰਤੂ ਪ੍ਰੰਤੂ ਕੀਤਾ, ਵੀ ਇਹਦਾ ਕੀ ਮਤਲਬ ਆ, ਆਹ ਜਿਹੜੇ ਤੁਸੀਂ ਰੀਤੀ ਰਿਵਾਜ ਕਰਦੇ ਆ। ਉਸਨੇ ਇੱਕ ਬਹੁਤ ਹੀ ਪਵਿੱਤਰ ਅਤੇ ਨੈਤਿਕ ਜੀਵਨ ਦੀ ਵਕਾਲਤ ਕੀਤੀ ਸੀ। ਜੀਵਨ ਅਜਿਹਾ ਜੀਓ ਜੋ ਕਿ ਪਿਓਰ ਹੋਵੇ ਤੇ ਨੈਤਿਕਤਾ ਨਾਲ ਭਰਪੂਰ ਹੋਵੇ। ਆਪਾਂ ਉੱਤੇ ਪੁਆਇੰਟ ਪੜ੍ਹੇ, ਝੂਠ ਨਹੀਂ ਬੋਲਣਾ, ਅਨੈਤਿਕ ਕੰਡਕਟ ਨਹੀਂ ਕਰਨਾ, ਚੋਰੀ ਨਹੀਂ ਕਰਨੀ, ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਣਾ, ਇਸ ਤਰ੍ਹਾਂ ਦੇ ਕੰਮ ਨਹੀਂ ਕਰਨੇ। ਇਹ ਪ੍ਰੈਕਟੀਕਲ ਚੀਜ਼ਾਂ ਆ। ਇੱਥੋਂ ਤੱਕ ਕਿ ਖੇਤੀਬਾੜੀ ਦਾ ਅਭਿਆਸ ਵੀ ਪਾਪ ਮੰਨਿਆ ਜਾਂਦਾ ਸੀ, ਕਿਉਂਕਿ ਇਸ ਨਾਲ ਧਰਤੀ, ਕੀੜੇ ਅਤੇ ਜਾਨਵਰਾਂ ਨੂੰ ਸੱਟ ਲੱਗਦੀ ਹੈ। ਜਦੋਂ ਤੁਸੀਂ ਖੇਤੀਬਾੜੀ ਕਰਦੇ ਆ ਤਾਂ ਕਈ ਤਰ੍ਹਾਂ ਦਾ ਨੁਕਸਾਨ ਹੁੰਦਾ ਸੀ। ਜਦੋਂ ਤੁਸੀਂ ਖੇਤੀਬਾੜੀ ਕਰਦੇ ਆ, ਹਲ ਚਲਾਉਂਦੇ ਆ, ਧਰਤੀ ਨੂੰ ਚੀਰਦੇ ਆ, ਤੇ ਉਸ ਨਾਲ ਉੱਥੋਂ ਦੇ ਕੀੜੇ ਮਕੌੜੇ ਵੀ ਮਰਦੇ ਆ, ਮਾਈਕਰੋ ਆਰਗੈਨਿਜ਼ਮ, ਸੂਖਮ ਜੀਵ ਜਾਂ ਹੋਰ ਕਈ ਚੀਜ਼ਾਂ
ਹੋਰ ਕਈ ਜੀਵ ਨੂੰ ਨੁਕਸਾਨ ਪਹੁੰਚਦਾ ਹੈ। ਕੀੜੇ, ਜਾਨਵਰਾਂ ਅਤੇ ਧਰਤੀ ਨੂੰ ਸੱਟ ਲੱਗਦੀ ਹੈ, ਉਹਨਾਂ ਨੂੰ ਚੋਟ ਪਹੁੰਚਦੀ ਹੈ। ਇਹ ਇਹਨਾਂ ਦਾ ਵਿਚਾਰ ਸੀ, ਕਿਉਂਕਿ ਇਹਨਾਂ ਦੇ ਹਿਸਾਬ ਨਾਲ ਹਰ ਚੀਜ਼ ਵਿੱਚ ਕੀ ਆ, ਆਤਮਾ ਆ। ਇਸੇ ਤਰ੍ਹਾਂ ਤਪੱਸਿਆ ਅਤੇ ਤਿਆਗ ਦੇ ਸਿਧਾਂਤ ਦੀ ਇੱਥੋਂ ਤੱਕ ਪਾਲਣਾ ਕਰਦੇ ਸੀ ਕਿ ਦੇਖੋ ਤਪੱਸਿਆ, ਇਹਨਾਂ ਦੀ ਤਪੱਸਿਆ ਬੜੀ ਸਟਰੋਂਗ ਸੀ, ਹਨਾ, ਤਿਆਗ ਕਰਨਾ, ਇਹ ਸਭ ਚੀਜ਼ਾਂ, ਕਿਉਂਕਿ ਨਾ ਇਹਨਾਂ ਦੇ ਅੰਦਰ ਸੀਗਾ ਕਿ ਆਪਾਂ ਨਾ ਬੋਡੀ ਨੂੰ ਮਜ਼ਬੂਤ ਕਰਨਾ, ਕੁਦਰਤੀ ਤਾਕਤਾਂ ਸਾਹਮਣੇ ਆਪਣੇ ਸਰੀਰ ਨੂੰ ਐਕਸਪੋਜ਼ ਕਰਨਾ। ਮੀਂਹ ਪੈਂਦਾ ਪਵੇ, ਠੰਡ ਪੈਂਦੀ ਪਵੇ, ਧੁੱਪ ਪੈਂਦੀ ਪਵੇ, ਇਹ ਤਪੱਸਿਆ ਦਾ ਭਾਗ ਸੀ। ਇਹਨਾਂ ਦੀ ਤਪੱਸਿਆ ਬੜੀ ਕਠੋਰ ਹੁੰਦੀ ਸੀ, ਤੇ ਇਹਨਾਂ ਦੀ ਤਪੱਸਿਆ ਇੰਨੀ ਕਠੋਰ ਸੀ ਕਿ ਉਹ ਬਹੁਤ ਘੱਟ ਖਾ ਪੀ ਕੇ ਗੁਜ਼ਾਰਾ ਕਰਨ ਲਈ ਉਹ ਕਰਦੇ ਸੀ, ਵਕਾਲਤ ਕਰਦੇ ਸੀ ਵੀ ਭੁੱਖੇ ਰਹਿਣਾ, ਬਿਨਾਂ ਕੱਪੜਿਆਂ ਦੇ ਰਹਿਣਾ, ਤਾਂ ਕਿ ਕੁਦਰਤੀ ਜਿਹੜਾ ਹੈ ਆਪਣਾ ਜਿਹੜੀ ਧੁੱਪ, ਮੀਂਹ, ਗਰਮੀ, ਸਰਦੀ ਨੂੰ ਸਹਿਣਾ, ਇਸ ਤਰ੍ਹਾਂ ਦੀ ਗੱਲਾਂ, ਇਸ ਤਰ੍ਹਾਂ ਦਾ ਇਹਨਾਂ ਦੀ ਤਪੱਸਿਆ ਹੁੰਦੀ ਸੀ। ਤੁਸੀਂ ਦੇਖਿਓ ਵੀ ਕਈ ਵਾਰ ਇਹ ਕੱਪੜੇ ਨਹੀਂ ਪਾਉਂਦੇ, ਹਨਾ, ਉਹ ਇਹਨਾਂ ਦੇ ਸਾਧੂ ਜਨ ਜਿਹੜੇ ਹੁੰਦੇ ਆ, ਤੇ ਉਹ ਇਹੀ ਗੱਲਾਂ ਆ, ਕਿਉਂਕਿ ਤਪੱਸਿਆ ਬੜੀ ਸਟਰੋਂਗ ਸੀ ਇਹਨਾਂ ਦੀ। ਅਤੇ ਸਵੈ ਤਸ਼ੱਦਦ, ਠੀਕ ਹੈ ਨਾ, ਸੈਲਫ ਟਾਰਚਰ, ਇਹ ਮੀਨ ਆਪਣੇ ਆਪ ਨੂੰ ਤਸੀਹੇ ਦੇਣੇ। ਤੁਸੀਂ ਦੇਖਿਓ ਵੀ ਇਹ ਜਿੱਦਾਂ ਕੇਸ਼ ਲੋਚਨ ਆ, ਇਸ ਤਰ੍ਹਾਂ ਦੀ ਕੁਝ ਪ੍ਰਕਿਰਿਆਵਾਂ ਆ ਜੈਨੀਆਂ ਵਿੱਚ। ਇਹ ਤੁਹਾਡੇ ਕਰੰਟ ਅਫੇਅਰਸ ਵਿੱਚ ਕਾਫੀ ਨਿਊਜ਼ 'ਚ ਰਹਿੰਦਾ ਆ, ਤੇ ਤੁਹਾਨੂੰ ਉਸ ਬਾਰੇ ਪਤਾ ਹੋਣਾ ਚਾਹੀਦਾ। ਕੇਸ਼ ਲੋਚਨ, ਇਹਨੂੰ ਪੜ੍ਹਿਓ, ਕੇਸ਼ ਲੋਚਨ ਕੀ ਹੁੰਦਾ ਆ। ਇਸ ਤਰ੍ਹਾਂ ਨਾ ਸਰੀਰ ਤੋਂ ਬਾਲ ਖਿੱਚੇ ਜਾਂਦੇ ਆ, ਇਹ ਧਾਰਮਿਕ ਇੱਕ ਰਸਮ ਆ। ਤੁਸੀਂ ਸਿੰਪਲ ਯਾਦ ਰੱਖੋ ਕਿ ਇਹਨਾਂ ਦੀ ਤਪੱਸਿਆ ਕਾਫੀ ਕਠਿਨ ਸੀ, ਮਤਲਬ ਭੁੱਖੇ ਵੀ ਰਹਿਣਾ, ਕੱਪੜਿਆਂ ਤੋਂ ਬਗੈਰ ਵੀ ਰਹਿਣਾ, ਤੇ ਆਪਣੀ ਬੋਡੀ ਤੇ ਤਸ਼ੱਦਦ, ਮੀਨ ਆਰਾਮ ਆਪਣੀ ਬੋਡੀ ਨੂੰ ਇੰਨਾ ਨਹੀਂ ਦੇਣਾ। ਇਹ ਸਭ ਗੱਲਾਂ ਸੀ, ਤਪੱਸਿਆ ਦਾ ਭਾਗ ਸੀ। ਇਹ ਇਹਨਾਂ ਦੇ ਧਰਮ ਦੇ ਕੰਸੈਪਟ ਵਿੱਚ ਸੀ। ਜੈਨ ਧਰਮ ਦਾ ਪ੍ਰਸਾਰ ਅਸੀਂ ਨੈਕਸਟ ਕਲਾਸ ਵਿੱਚ ਪੜ੍ਹਦੇ ਹਾਂ ਜੀ। ਅੱਜ ਲਈ ਇੰਨਾ ਹੀ ਰਹਿਣ ਦਿੰਦੇ ਹਾਂ। ਸ਼ੁਕਰੀਆ, ਸਤਿ ਸ੍ਰੀ ਅਕਾਲ।